ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡੇ ਸਾਹਮਣੇ ਇੱਕ ਤੋਂ ਦੁਬਾਰਾ ਤੋਂ ਹਾਜ਼ਰ ਹੋਈ ਹਾਂ। ਰਸੀਦੀ ਟਿਕਟ ਜੋ ਕਿ ਆਟੋਬਾਇਓਗ੍ਰਾਫੀ ਹੈ ਅੰਮ੍ਰਿਤਾ ਪ੍ਰੀਤਮ ਦੀ, ਉਹਦਾ ਭਾਗ 7ਵਾਂ ਲੈ ਕੇ ਇੱਕ ਤੋਂ ਫੇਰ ਤੋਂ ਤੁਹਾਡੇ ਸਾਹਮਣੇ ਰੂਬਰੂ ਹੋਈ ਹਾਂ। ਪਾਠ 7ਵਾਂ, ਰਸੀਦੀ ਟਿਕਟ ਅੰਮ੍ਰਿਤਾ ਪ੍ਰੀਤਮ ਦੁਆਰਾ। ਮਹਿਫਲ ਗਰਮ ਹੋਈ, ਰਾਤ ਠੰਡੀ ਹੋਈ ਤੇ ਜਦੋਂ ਅੱਧੀ ਕੁ ਰਾਤ ਵੇਲੇ ਸਾਰੇ ਚਲੇ ਗਏ, ਅੰਮ੍ਰਿਤਾ ਨੂੰ ਸੌਣ ਵਾਲੇ ਕਮਰੇ ਵਿੱਚ ਜਾ ਕੇ ਆਪਣੇ ਸੂਟਕੇਸ ਵਿੱਚੋਂ ਰਾਤ ਦੇ ਕੱਪੜੇ ਕੱਢ ਕੇ ਪਾਉਣ ਲੱਗਿਆਂ ਜਾਪਿਆ ਕਿ ਸੜਕਾਂ ਤੇ ਉੱਤੇ ਉਸਰਿਆ ਜਾਦੂ ਦਾ ਘਰ ਹੁਣ ਕਿਤੇ ਨਹੀਂ ਸੀ। ਇਹ ਜਾਦੂ ਦਾ ਘਰ ਉਹਨੇ ਕਈ ਵਾਰ ਵੇਖਿਆ ਸੀ, ਬਣਦਾ ਵੀ ਮਿਟਦਾ ਵੀ, ਇਸ ਲਈ ਹੈਰਾਨ ਨਹੀਂ ਸੀ। ਸਿਰਫ ਥੱਕੀ ਜਿਹੀ ਸਿਰਹਾਣੇ ਉੱਤੇ ਸਿਰ ਰੱਖ ਕੇ ਸੋਚਣ ਲੱਗ ਪਈ, ਕਦੋਂ ਦੀ ਗੱਲ ਹੈ? ਸ਼ਾਇਦ 25 ਵਰ੍ਹੇ ਹੋ ਗਏ, ਨਹੀਂ 30 ਵਰ੍ਹੇ, ਜਦੋਂ ਪਹਿਲੀ ਵਾਰ ਉਹ ਜ਼ਿੰਦਗੀ ਦੀਆਂ ਸੜਕਾਂ ਉੱਤੇ ਮਿਲੇ ਸਨ। ਅੰਮ੍ਰਿਤਾ ਕਿਹੜੀ ਸੜਕ ਤੋਂ ਆਈ ਸੀ ਤੇ ਸ਼ਹਿਰ ਕਿਹੜੇ ਸੜਕ ਤੋਂ ਆਇਆ ਸੀ, ਦੋਹਾਂ ਨੂੰ ਪੁੱਛਣਾ ਵੀ ਭੁੱਲ ਗਿਆ ਸੀ ਤੇ ਦੱਸਣਾ ਵੀ। ਉਹ ਨੀਵੀਂ ਨਜ਼ਰ ਪਾਈ ਜ਼ਮੀਨ ਵਿੱਚ ਨੀਹਾਂ ਖੋਦਦੇ ਰਹੇ ਤੇ ਫਿਰ ਉੱਥੇ ਜਾਦੂ ਦਾ ਇੱਕ ਘਰ ਉਸਰ ਖਲੋਤਾ ਤੇ ਉਹ ਸਹਿਜ ਮਨ ਸਾਰਾ ਦਿਨ ਉਸ ਘਰ ਵਿੱਚ ਵਸਦੇ ਰਹੇ। ਫਿਰ ਜਦੋਂ ਦੋਹਾਂ ਦੀਆਂ ਸੜਕਾਂ ਨੇ ਉਹਨਾਂ ਨੂੰ ਆਵਾਜ਼ਾਂ ਦਿੱਤੀਆਂ, ਉਹ ਆਪਣੀ ਸੜਕ ਵੱਲ ਜਾਂਦੇ ਤ੍ਰਹਿ ਕੇ ਖਲੋ ਗਏ। ਵੇਖਿਆ, ਦੋਹਾਂ ਸੜਕਾਂ ਦੇ ਵਿਚਕਾਰ ਇੱਕ ਡੂੰਘੀ ਖਾਈ ਸੀ। ਸਾਹਿਰ ਕਿੰਨਾ ਚਿਰ ਉਸ ਖਾਈ ਵੱਲ ਤੱਕਦਾ ਰਿਹਾ, ਜਿਵੇਂ ਅੰਮ੍ਰਿਤਾ ਨੂੰ ਪੁੱਛ ਰਿਹਾ ਹੋਵੇ ਕਿ ਇਸ ਖਾਈ ਨੂੰ ਤੂੰ ਕਿਸ ਤਰ੍ਹਾਂ ਲੰਘੇਂਗੀ। ਅੰਮ੍ਰਿਤਾ ਨੇ ਆਖਿਆ ਕੁਝ ਨਹੀਂ ਸੀ, ਪਰ ਸਾਹਿਰ ਦੇ ਹੱਥ ਵੱਲ ਵੇਖਿਆ ਸੀ, ਜਿਵੇਂ ਆਖ ਰਹੀ ਹੋਵੇ, ਤੂੰ ਹੱਥ ਫੜ ਕੇ ਲੰਘਾ ਲੈ, ਮੈਂ ਮਜ਼ਹਬ ਦੀ ਇਸ ਖਾਈ ਨੂੰ ਲੰਘ ਆਵਾਂਗੀ। ਫਿਰ ਸਾਹਿਰ ਦਾ ਧਿਆਨ ਉਤਾਂਹ ਹੋਇਆ ਸੀ, ਅੰਮ੍ਰਿਤਾ ਦੇ ਹੱਥ ਵੱਲ ਗਿਆ ਸੀ। ਅੰਮ੍ਰਿਤਾ ਦੀ ਉਂਗਲੀ ਵਿੱਚ ਹੀਰੇ ਦੀ ਇੱਕ ਛਾਪ ਲਿਸ਼ਕਦੀ ਪਈ ਸੀ। ਸਾਹਿਰ ਕਿੰਨਾ ਚਿਰ ਤੱਕਦਾ ਰਿਹਾ, ਜਿਵੇਂ ਪੁੱਛ ਰਿਹਾ ਸੀ, ਤੇਰੀ ਉਂਗਲ ਦੁਆਲੇ ਇਹ ਜੋ ਕਾਨੂੰਨ ਦਾ ਧਾਗਾ ਵਲਿਆ ਹੋਇਆ ਏ, ਮੈਂ ਇਹਦਾ ਕੀ ਕਰਾਂਗਾ? ਅੰਮ੍ਰਿਤਾ ਨੇ ਆਪਣੀ ਉਂਗਲ ਵੱਲ ਵੇਖਿਆ ਸੀ ਤੇ ਹੌਲੀ ਜਿਹੀ ਹੱਸ ਪਈ ਸੀ, ਜਿਵੇਂ ਆਖ ਰਹੀ ਸੀ, ਤੂੰ ਇੱਕ ਵਾਰ ਆਖ, ਮੈਂ ਕਾਨੂੰਨ ਦਾ ਇਹ ਧਾਗਾ ਨਹੁੰਆਂ ਨਾਲ ਖੋਲ੍ਹ ਦਿਆਂਗੀ। ਨਹੁੰਆਂ ਨਾਲ ਨਹੀਂ ਖੁੱਲ੍ਹੇਗਾ ਤਾਂ ਦੰਦਾਂ ਨਾਲ ਖੋਲ੍ਹ ਦਿਆਂਗੀ। ਪਰ ਸਾਹਿਰ ਚੁੱਪ ਰਿਹਾ ਸੀ ਤਾਂ ਅੰਮ੍ਰਿਤਾ ਵੀ ਚੁੱਪ ਖਲੋਤੀ ਰਹੀ ਸੀ। ਪਰ ਜਿਵੇਂ ਸੜਕਾਂ ਇੱਕੋ ਥਾਵੇਂ ਖਲੋਤੀਆਂ ਵੀ ਤੁਰਦੀਆਂ ਹਨ, ਉਹ ਵੀ ਇੱਕੋ ਥਾਵੇਂ ਖਲੋਤੇ ਤੁਰਦੇ ਰਹੇ। ਫਿਰ ਇੱਕ ਦਿਨ ਸਾਹਿਰ ਦੇ ਸ਼ਹਿਰੋਂ ਆਉਂਦੀ ਸੜਕ ਅੰਮ੍ਰਿਤਾ ਦੇ ਸ਼ਹਿਰ ਆ ਗਈ ਸੀ ਤੇ ਅੰਮ੍ਰਿਤਾ ਨੇ ਸਾਹਿਰ ਦੀ ਆਵਾਜ਼ ਸੁਣ ਕੇ ਆਪਣੇ ਵਰ੍ਹੇ ਦੇ ਬਾਲ ਨੂੰ ਚੁੱਕਿਆ ਸੀ ਤੇ ਬਾਹਰ ਸੜਕ ਉੱਤੇ ਉਹਦੇ ਕੋਲ ਆ ਖਲੋਤੀ ਸੀ। ਸਾਹਿਰ ਨੇ ਹੌਲੀ ਜਿਹੀ ਹੱਥ ਅੱਗੇ ਕਰਕੇ ਸੁੱਤੇ ਹੋਏ ਬਾਲ ਨੂੰ ਅੰਮ੍ਰਿਤਾ ਕੋਲੋਂ ਲਿਆ ਸੀ ਤੇ ਆਪਣੇ ਮੋਢੇ ਨਾਲ ਲਾ ਲਿਆ ਸੀ ਤੇ ਫਿਰ ਉਹ ਸਾਰਾ ਦਿਨ ਉਸ ਸ਼ਹਿਰ ਦੀਆਂ ਸੜਕਾਂ ਉੱਤੇ ਤੁਰਦੇ ਰਹੇ। ਉਹਨਾਂ ਦੀ ਬਲਦੀ ਜਵਾਨੀ ਦੇ ਦਿਨ ਸਨ। ਨਾ ਧੁੱਪ ਪਹੁੰਚਦੀ ਸੀ, ਨਾ ਠੰਡ। ਤੇ ਫਿਰ ਜਦੋਂ ਚਾਹ ਪੀਣ ਲਈ ਉਹ ਇੱਕ ਕੈਫੇ ਵਿੱਚ ਗਏ ਸਨ, ਤਾਂ ਬਹਿਰੇ ਨੇ ਇੱਕ ਮਰਦ, ਇੱਕ ਔਰਤ ਤੇ ਇੱਕ ਬਾਲ ਨੂੰ ਵੇਖ ਕੇ ਨਵੇਕਲੇ ਕੋਨੇ ਦੀਆਂ ਕੁਰਸੀਆਂ ਪੂੰਝ ਦਿੱਤੀਆਂ ਸਨ ਤੇ ਕੈਫੇ ਦੀ ਉਸ ਨਵੇਕਲੀ ਗੁੱਠ ਵਿੱਚ ਇੱਕ ਜਾਦੂ ਦਾ ਘਰ ਉਸਰ ਖਲੋਤਾ ਸੀ। ਤੇ ਇੱਕ ਵਾਰੀ ਅਚਾਨਕ ਚੱਲਦੀ ਗੱਡੀ ਵਿੱਚ ਮੇਲ ਹੋ ਗਿਆ ਸੀ। ਸਾਹਿਰ ਵੀ ਸੀ, ਮਾਂ ਵੀ,
ਤੇ ਸਾਹਿਰ ਦਾ ਇੱਕ ਦੋਸਤ ਵੀ। ਅੰਮ੍ਰਿਤਾ ਦੀ ਸੀਟ ਬੜੀ ਦੂਰ ਸੀ, ਪਰ ਸਾਹਿਰ ਦੇ ਦੋਸਤ ਨੇ ਉਹਦੇ ਨਾਲ ਸੀਟ ਵਟਾ ਲਈ ਸੀ ਤੇ ਉਹਦਾ ਸੂਟਕੇਸ ਚੁੱਕ ਕੇ ਸਾਹਿਰ ਦੇ ਸੂਟਕੇਸ ਕੋਲ ਰੱਖ ਦਿੱਤਾ ਸੀ। ਗੱਡੀ ਦਾ ਦਿਨ ਠੰਡਾ ਨਹੀਂ ਸੀ, ਪਰ ਰਾਤ ਠੰਡੀ ਸੀ। ਮਾਂ ਨੇ ਦੋਹਾਂ ਨੂੰ ਇੱਕ ਇੱਕ ਕੰਬਲ ਦੇ ਦਿੱਤਾ ਸੀ। ਅੱਧਾ ਸਹਿਰ ਲਈ ਇੱਕ ਕੰਬਲ ਦੇ ਦਿੱਤਾ ਸੀ, ਅੱਧਾ ਸਹਿਰ ਲਈ, ਅੱਧਾ ਅੰਮ੍ਰਿਤਾ ਲਈ। ਤੇ ਚਲਦੀ ਗੱਡੀ ਵਿੱਚ ਉਸ ਸਾਂਝੇ ਕੰਬਲ ਦੀਆਂ ਕੰਨੀਆਂ ਜਾਦੂ ਦੇ ਘਰ ਦੀਆਂ ਕੰਧਾਂ ਬਣ ਗਈਆਂ ਸਨ। ਜਾਦੂ ਦੀਆਂ ਕੰਧਾਂ ਬਣਦੀਆਂ ਸਨ, ਮਿਟਦੀਆਂ ਸਨ ਤੇ ਆਖਿਰ ਉਹਨਾਂ ਦੇ ਵਿਚਕਾਰ ਖੰਡਰਾਂ ਵਰਗੀ ਚੁੱਪ ਦਾ ਇੱਕ ਢੇਰ ਲੱਗ ਜਾਂਦਾ ਸੀ। ਸਾਹਿਰ ਨੂੰ ਕੋਈ ਬੰਧਨ ਨਹੀਂ ਸੀ, ਅੰਮ੍ਰਿਤਾ ਨੂੰ ਸੀ, ਪਰ ਉਹ ਤੋੜ ਸਕਦੀ ਸੀ। ਫਿਰ ਇਹ ਕੀ ਸੀ ਕਿ ਉਹ ਸਾਰੀ ਉਮਰ ਸੜਕਾਂ 'ਤੇ ਤੁਰਦੇ ਰਹੇ। ਹੁਣ ਤਾਂ ਉਮਰ ਲੰਘ ਗਈ। ਅੰਮ੍ਰਿਤਾ ਨੇ ਉਮਰ ਦੇ ਬਲਦੇ ਦਿਨਾਂ ਨੂੰ ਵੀ ਸੋਚਿਆ ਤੇ ਹੁਣ ਦੇ ਠੰਡੇ ਦਿਨਾਂ ਨੂੰ ਵੀ ਜਾਪਿਆ। ਸਾਰੇ ਹੀ ਦਿਨ, ਸਾਰੇ ਹੀ ਵਰ੍ਹੇ ਪਾਮ ਦੇ ਪੱਤਿਆਂ ਵਾਂਗ ਹਵਾ ਵਿੱਚ ਖਲੋਤੇ ਕੰਬਦੇ ਪਏ ਸਨ। ਬਹੁਤ ਦੇਰ ਹੋਈ। ਇੱਕ ਵਾਰੀ ਅੰਮ੍ਰਿਤਾ ਨੇ ਵਰ੍ਹਿਆਂ ਦੀ ਚੁੱਪ ਨੂੰ ਤੋੜ ਕੇ ਪੁੱਛਿਆ ਸੀ, ਤੂੰ ਬੋਲਦਾ ਕਿਉਂ ਨਹੀਂ? ਕੁਝ ਵੀ ਨਹੀਂ ਕਹਿੰਦਾ? ਕੁਝ ਤੇ ਕਹੋ। ਪਰ ਸਾਹਿਰ ਹੱਸ ਪਿਆ ਸੀ, ਕਹਿਣ ਲੱਗਾ, ਇੱਥੇ ਚਾਨਣ ਬੜਾ ਏ, ਹਰ ਥਾਂ ਚਾਨਣ ਹੁੰਦਾ ਏ। ਮੇਰੇ ਕੋਲੋਂ ਚਾਨਣ ਵਿੱਚ ਬੋਲਿਆ ਨਹੀਂ ਜਾਂਦਾ। ਤੇ ਅੰਮ੍ਰਿਤਾ ਦਾ ਜੀ ਕੀਤਾ ਸੀ ਉਹ ਇੱਕ ਵਾਰੀ ਸੂਰਜ ਨੂੰ ਫੜ ਕੇ ਬੁਝਾ ਦੇਵੇ। ਸੜਕਾਂ ਉੱਤੇ ਸਿਰਫ ਦਿਨ ਚੜ੍ਹਦੇ ਹਨ, ਰਾਤਾਂ ਤੇ ਘਰਾਂ ਵਿੱਚ ਪੈਂਦੀਆਂ ਹਨ, ਪਰ ਘਰ ਕੋਈ ਨਹੀਂ ਸੀ, ਇਸ ਲਈ ਰਾਤ ਕੋਈ ਨਹੀਂ ਸੀ। ਉਹਨਾਂ ਕੋਲ ਸਿਰਫ ਸੜਕਾਂ ਸਨ ਤੇ ਸੂਰਜ ਸੀ, ਤੇ ਸ਼ਹਿਰ ਸੂਰਜ ਦੇ ਚਾਨਣ ਵਿੱਚ ਬੋਲਦਾ ਨਹੀਂ ਸੀ। ਇੱਕ ਵਾਰ ਬੋਲਿਆ ਸੀ। ਚੁੱਪ ਜਿਹੀ ਬੈਠੇ ਨੂੰ ਅੰਮ੍ਰਿਤਾ ਨੇ ਪੁੱਛਿਆ ਸੀ, ਕੀ ਸੋਚ ਰਿਹਾ ਹੈ? ਕੀ ਸੋਚ ਰਿਹਾ ਹੈ? ਤਾਂ ਉਹ ਬੋਲਿਆ ਸੀ, ਸੋਚ ਰਿਹਾ ਹਾਂ ਕੁੜੀਆਂ ਨਾਲ ਫਲਰਟ ਕਰਾਂ ਤੇ ਤੈਨੂੰ ਦੁਖੀ ਕਰਾਂ। ਪਰ ਇੰਜ ਸ਼ਾਇਦ ਅੰਮ੍ਰਿਤਾ ਨੇ ਦੁਖੀ ਨਹੀਂ ਸੁਖੀ ਹੋ ਜਾਣਾ ਸੀ। ਇਸ ਲਈ ਅੰਮ੍ਰਿਤਾ ਵੀ ਹੱਸਣ ਲੱਗ ਪਈ ਤੇ ਸ਼ਹਿਰ ਵੀ। ਤੇ ਫਿਰ ਇੱਕ ਲੰਬੀ ਚੁੱਪ। ਕਈ ਵਾਰ ਅੰਮ੍ਰਿਤਾ ਦੇ ਜੀਅ ਵਿੱਚ ਆਉਂਦਾ ਸੀ ਹੱਥ ਅੱਗੇ ਕਰਕੇ ਉਹਨੂੰ ਉਹਦੀ ਚੁੱਪ ਵਿੱਚੋਂ ਬਾਹਰ ਲੈ ਆਵੇ, ਉੱਥੋਂ ਤੱਕ ਜਿੱਥੋਂ ਤੱਕ ਦਿਲ ਦਾ ਦਰਦ ਹੈ। ਪਰ ਉਹ ਆਪਣੇ ਹੱਥਾਂ ਨੂੰ ਸਿਰਫ ਵੇਖਦੀ ਰਹਿੰਦੀ ਸੀ। ਉਹਨਾਂ ਹੱਥਾਂ ਨੂੰ ਕਦੀ ਕੁਝ ਆਖਿਆ ਨਹੀਂ ਸੀ। ਫਿਰ ਇੱਕ ਵਾਰ ਸਾਹਿਰ ਨੇ ਆਖਿਆ ਸੀ, ਚੱਲ ਚੀਨ ਚੱਲੀਏ। ਚੀਨ ਜਾਵਾਂਗੇ, ਪਰ ਆਵਾਂਗੇ ਨਹੀਂ। ਪਰ ਚੀਨ ਕਿਉਂ? ਇਹ ਕਿਉਂ ਵੀ ਸ਼ਾਇਦ ਪਾਮ ਦੇ ਰੁੱਖ ਵਰਗਾ ਸੀ, ਜਿਹਦੇ ਪੱਤੇ ਫਿਰ ਹਵਾ ਵਿੱਚ ਕੰਬਣ ਲੱਗ ਪਏ। ਇਸ ਵੇਲੇ ਅੰਮ੍ਰਿਤਾ ਨੇ ਸਰਹਾਣੇ ਉੱਤੇ ਸਿਰ ਰੱਖਿਆ ਹੋਇਆ ਸੀ, ਪਰ ਨੀਂਦਰ ਨਹੀਂ ਸੀ ਆ ਰਹੀ। ਸਾਹਿਰ ਨਾਲ ਦੇ ਕਮਰੇ ਵਿੱਚ ਸੁੱਤਾ ਪਿਆ ਸੀ, ਸ਼ਾਇਦ ਨੀਂਦਰ ਦੀ ਗੋਲੀ ਖਾ ਕੇ। ਅੰਮ੍ਰਿਤਾ ਨੂੰ ਨਾ ਆਪਣੀ ਜਾਗ ਉੱਤੇ ਗੁੱਸਾ ਆਇਆ, ਨਾ ਸਾਹਿਰ ਦੀ ਨੀਂਦਰ ਉੱਤੇ। ਉਹ ਸਿਰਫ ਇਹ ਸੋਚ ਰਹੀ ਸੀ ਕਿ ਉਹ ਸੜਕਾਂ ਉੱਤੇ ਤੁਰਦੇ ਜਦੋਂ ਕਦੇ ਸੜਕਾਂ ਉੱਤੇ ਮਿਲ ਪੈਂਦੇ ਹਨ ਤਾਂ ਉੱਥੇ ਘੜੀ ਪਹਿਰ ਲਈ ਇੱਕ ਜਾਦੂ ਦਾ ਘਰ ਕਿਉਂ ਉਸਰ ਖਲੋਂਦਾ ਹੈ। ਅੰਮ੍ਰਿਤਾ ਨੂੰ ਹਾਸਾ ਜਿਹਾ ਆ ਗਿਆ। ਬਲਦੀ ਜਵਾਨੀ ਵੇਲੇ ਦਾ ਭਲਾ ਇੰਜ ਹੁੰਦਾ ਸੀ, ਹੁਣ ਕਿਉਂ ਹੁੰਦਾ ਹੈ? ਅੱਜ ਕਿਉਂ ਹੋਇਆ? ਇਹ ਪਤਾ ਨਹੀਂ ਕੀ ਸੀ ਜੋ ਉਮਰ ਦੀ ਪਕੜ ਵਿੱਚ ਨਹੀਂ ਸੀ ਆ ਰਿਹਾ। ਰਹਿੰਦੀ ਰਾਤ ਪਤਾ ਨਹੀਂ ਕਿਹੜੇ ਵੇਲੇ ਲੰਘ ਗਈ। ਹੁਣ ਬੂਹੇ ਨੂੰ ਹੌਲੀ ਜਿਹੀ ਖੜਕਾਉਂਦਾ ਡਰਾਈਵਰ ਆਖ ਰਿਹਾ ਸੀ ਕਿ ਏਅਰਪੋਰਟ 'ਤੇ ਜਾਣ ਦਾ ਵੇਲਾ ਹੋ ਗਿਆ ਹੈ। ਅੰਮ੍ਰਿਤਾ ਨੇ ਦੁਆਲੇ ਸਾੜੀ ਵਲੇਟੀ, ਸੂਟਕੇਸ ਚੁੱਕਿਆ। ਸ਼ਹਿਰ ਵੀ ਜਾਗ ਕੇ ਆਪਣੇ ਕਮਰੇ ਵਿੱਚੋਂ ਆ ਗਿਆ ਤੇ ਉਹ ਦੋਵਾਂ
ਉਸ ਬੂਹੇ ਵੱਲ ਵਧੇ ਜਿਹੜੇ ਬਾਹਰਲੀ ਸੜਕਾਂ ਵੱਲ ਖੁੱਲ੍ਹਦੇ ਸਨ। ਡਰਾਈਵਰ ਨੇ ਅੰਮ੍ਰਿਤਾ ਦੇ ਹੱਥੋਂ ਸੂਟਕੇਸ ਫੜ ਲਿਆ ਸੀ। ਅੰਮ੍ਰਿਤਾ ਨੂੰ ਆਪਣੇ ਹੱਥ ਹੋਰ ਸੱਖਣੇ ਹੋ ਗਏ ਜਾਪੇ। ਉਹ ਦਹਿਲੀਜ਼ ਕੋਲ ਅਟਕ ਜਿਹੀ ਗਈ, ਫਿਰ ਕਾਹਲੀ ਨਾਲ ਅੰਦਰ ਗਈ ਤੇ ਬੈਠਕ ਵਿੱਚ ਸੁੱਤੀ ਪਈ ਮਾਂ ਨੂੰ ਸੱਖਣੇ ਹੱਥਾਂ ਨਾਲ ਪ੍ਰਣਾਮ ਜਿਹੀ ਕਰਕੇ ਬਾਹਰ ਆ ਗਈ। ਫਿਰ ਏਅਰਪੋਰਟ ਵਾਲੀ ਸੜਕ ਸ਼ੁਰੂ ਵੀ ਹੋਈ, ਮੁੱਕਣ 'ਤੇ ਵੀ ਆ ਗਈ, ਪਰ ਸਹਿਰ ਵੀ ਚੁੱਪ ਸੀ, ਅੰਮ੍ਰਿਤਾ ਵੀ। ਅਚਾਨਕ ਸਹਿਰ ਨੇ ਕਿਹਾ, "ਤੂੰ ਕੁਝ ਕਹਿਣ ਲੱਗੀ ਸੀ?" "ਨਹੀਂ," ਅੰਮ੍ਰਿਤਾ ਨੇ ਕਿਹਾ, ਤੇ ਫਿਰ ਚੁੱਪ ਹੋ ਗਏ। ਫਿਰ ਅੰਮ੍ਰਿਤਾ ਨੂੰ ਜਾਪਿਆ ਸ਼ਾਇਦ ਸਹਿਰ ਨੂੰ ਵੀ ਕੀ ਬਹੁਤ ਕੁਝ ਕਹਿਣਾ ਸੀ, ਬਹੁਤ ਕੁਝ ਸੁਣਨਾ ਸੀ, ਪਰ ਬਹੁਤ ਦੇਰ ਹੋ ਗਈ ਸੀ ਤੇ ਫਿਰ ਹੁਣ ਸਾਰੇ ਲਫ਼ਜ਼ ਜ਼ਮੀਨ ਵਿੱਚ ਗੱਡੇ ਗਏ ਸਨ। ਪਾਮ ਦੇ ਰੁੱਖ ਬਣ ਗਏ ਹਨ ਤੇ ਮਨ ਦੇ ਸਮੁੰਦਰ ਕੋਲ ਉੱਗੇ ਹੋਏ ਉਹਨਾਂ ਰੁੱਖਾਂ ਦੇ ਪੱਤੇ ਸ਼ਾਇਦ ਉਦੋਂ ਤੱਕ ਕੰਬਦੇ ਰਹਿਣਗੇ ਜਦ ਤੱਕ ਹਵਾ ਵਗਦੀ ਹੈ। ਏਅਰਪੋਰਟ ਆ ਗਿਆ ਤੇ ਪੈਰਾਂ ਹੇਠਾਂ ਸਾਹਿਰ ਦੇ ਸ਼ਹਿਰ ਦੀ ਸੜਕ ਟੁੱਟ ਗਈ। ਹੁਣ ਸਾਹਮਣੇ ਇੱਕ ਨਵੀਂ ਸੜਕ ਸੀ ਜੋ ਹਵਾ ਵਿੱਚੋਂ ਲੰਘ ਕੇ ਅੰਮ੍ਰਿਤਾ ਦੇ ਸ਼ਹਿਰ ਦੀ ਸੜਕਾਂ ਨਾਲ ਜਾ ਜੁੜਦੀ ਸੀ ਤੇ ਉੱਥੇ ਜਿੱਥੇ ਦੋ ਸੜਕਾਂ ਇੱਕ ਦੂਜੀ ਦੀ ਵੱਖੀ ਵਿੱਚੋਂ ਪਾਟਣ ਲੱਗੀਆਂ, ਸਾਹਿਰ ਨੇ ਹੌਲੀ ਜਿਹੀ ਅੰਮ੍ਰਿਤਾ ਨੂੰ ਆਪਣੇ ਮੋਢੇ ਨਾਲ ਲਾ ਲਿਆ ਤੇ ਫਿਰ ਉਹ ਦੋਵੇਂ ਕੰਬ ਕੇ ਪੈਰਾਂ ਹੇਠਲੀ ਜ਼ਮੀਨ ਨੂੰ ਇੰਜ ਵੇਖਣ ਲੱਗ ਪਏ ਜਿਵੇਂ ਉਹਨਾਂ ਨੂੰ ਉਸ ਘਰ ਦਾ ਚੇਤਾ ਆ ਗਿਆ ਹੋਵੇ ਜੋ ਬਣਿਆ ਨਹੀਂ ਸੀ। ਅੱਜ ਦਾ ਭਾਗ ਇੱਥੇ ਹੀ ਖ਼ਤਮ ਕਰਦੀ ਹਾਂ। ਅਗਲਾ ਭਾਗ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਧੰਨਵਾਦ।